ਤੇ ਮੈਂ ਤੁਹਾਨੂੰ ਦੱਸ ਦਵਾਂ ਅੱਜ ਅਸੀਂ ਖੜੇ ਆ ਅਕਾਲੀ ਦਲ ਦੇ ਵਰਕਰ ਖੜੇ ਆ। ਇਹ ਜਿਵੇਂ ਹੀ ਅਕਾਲੀ ਦਲ ਦੇ ਵੱਲੋਂ ਬਾਹਰੋਂ ਉਮੀਦਵਾਰਾਂ ਦਾ ਜਿਹੜਾ ਹੈਗਾ ਕੁਝ ਚਰਚਾਵਾਂ ਸ਼ਹਿਰ ਦੇ ਵਿੱਚ ਉੱਡਦੀਆਂ ਤੇ ਜਿਹੜੇ ਲੋਕਲ ਉਮੀਦਵਾਰ ਆਪਣੇ ਆਪ ਨੂੰ ਗਿਣਦੇ ਸੀਗੇ ਜਾਂ ਵਰਕਰ ਸੀਗੇ ਉਹਨਾਂ ਦਾ ਕਹਿਣਾ ਇਹ ਹੈ ਕਿ ਉਮੀਦਵਾਰ ਅਕਾਲੀ ਦਲ ਦਾ ਲੋਕਲ ਹੋਣਾ ਚਾਹੀਦਾ। ਜਦ ਕਿ ਅਸੀਂ ਦਾਅਵੇਦਾਰ ਹਾਂ ਇਸ ਸਟੇਟ ਦੇ ਐਮਐਲਏ ਦੇ, ਪਰ ਸਾਨੂੰ ਅਣਗਹਿਲਾ ਕਰਕੇ ਟਿਕਟ ਬਾਹਰ ਦੇ ਬੰਦੇ ਨੂੰ ਦਿੱਤੀ ਜਾਂਦੀ ਹੈ। ਰਾਜਪੁਰਾ ਅੱਜ ਨਹੀਂ ਕਈ ਵਾਰ ਪਹਿਲਾਂ ਟੰਡਨ ਜੀ ਨੂੰ ਦਿੱਤੀ, ਪਹਿਲਾਂ ਪ੍ਰੇਮ ਕੁਮਾਰ ਸੀਗਾ, ਇਹ ਬਾਹਰ ਦੇ ਗਰੇਵਾਲ ਲੈਣ ਤੇ ਆ। ਅਸੀਂ ਇਹੀ ਪੁਰਜ਼ੋਰ ਮੰਗ ਕਰਦੇ ਹਾਂ ਕਿ ਸਾਡੇ ਰਾਜਪੁਰੇ ਹਲਕੇ ਤੋਂ ਸਾਡੇ ਲੋਕਲ ਬੰਦੇ ਨੂੰ ਕਿਸੇ ਵੀ BC ਵਿੰਗ ਦੇ ਬੰਦੇ ਨੂੰ ਟਿਕਟ ਦਿੱਤੀ ਜਾਵੇ। ਉਹ ਸਾਹਿਬ ਇਸ ਤਰ੍ਹਾਂ ਕਿਉਂ ਲੱਗਣਾ ਸ਼ੁਰੂ ਹੋ ਗਿਆ ਅਕਾਲੀ ਦਲ ਨੂੰ ਕਿ ਇਸ ਵਾਰ ਫੇਰ ਜਿਹੜਾ ਹੈ ਬਾਹਰੋਂ ਉਮੀਦਵਾਰ ਐਲਾਨਿਆ ਜਾਏਗਾ? ਕਿਤੇ ਇਸ਼ਾਰਾ ਬਰਾੜ ਸਾਹਿਬ ਵੱਲੋਂ ਤਾਂ ਨਹੀਂ ਹੈ ਕਿ ਬਰਾੜ ਸਾਹਿਬ ਯੁੱਧ ਸਤਰ ਤੇ ਪਿੰਡਾਂ ਦੇ ਵਿੱਚ ਦੌਰੇ ਕਰ ਰਹੇ ਹੈ? ਉਹ ਕਦੀ ਪਹਿਲਾਂ ਆਏ ਨਹੀਂ ਰਾਜਪੁਰੇ ਦੇ ਵਿੱਚ ਤੇ ਉਹਨਾਂ ਦੇ ਦੌਰੇ ਜਿਹੜੇ ਹੈ ਸ਼ਹਿਰ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਹੋ ਰਹੇ ਹੈ। ਤੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕਿ ਬਰਾੜ ਸਾਹਿਬ ਨੂੰ ਅਕਾਲੀ ਦਲ ਤੋਂ ਜਿਹੜਾ ਹੈ ਉਮੀਦਵਾਰ ਐਲਾਨੇਗਾ, ਇਸ ਲਈ ਅੱਜ ਤੁਹਾਨੂੰ ਇਕੱਠੇ ਹੋਣਾ ਪੈ ਗਿਆ? ਵੀ ਅਸੀਂ ਕਿਉਂ ਪਿੱਛੇ ਰਹੀਏ, ਕਿਉਂਕਿ ਸਾਡਾ ਹੱਕ ਬਣਦਾ ਹੈ। BJP ਤੋਂ ਜੇ ਸੀਟ ਹੁਣ ਗਈ ਹੈ ਤਾਂ ਅਕਾਲੀ ਦਲ ਦਾ ਜਿਹੜਾ ਪਹਿਲਾ ਹੱਕ ਹੈ ਤਾਂ ਸਾਡਾ ਬਣਦਾ ਹੈ, ਕਿਉਂਕਿ ਪਟਿਆਲੇ ਜ਼ਿਲ੍ਹੇ 'ਚੋਂ ਜੇ ਦੂਸਰੀਆਂ ਪਾਰਟੀਆਂ BC ਵਿੰਗ ਦੇ 3 ਕੈਂਡੀਡੇਟ ਖੜੇ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾ ਸਕਦੇ ਆ ਤਾਂ ਰਾਜਪੁਰੇ 'ਚੋਂ ਅਕਾਲੀ ਦਲ ਵਾਲੇ BC ਵਿੰਗ ਨੂੰ ਕੋਈ ਵੀ ਟਿਕਟ ਕਿਉਂ ਨਹੀਂ ਦੇ ਰਹੇ? ਮੰਨਿਆ ਜਾਵੇ ਵੀ ਸਰਾਓ ਸਾਹਿਬ ਵੀ ਐਤਕੀ ਤੁਸੀਂ ਵੀ ਅਕਾਲੀ ਦਲ ਦੇ ਉਮੀਦਵਾਰ ਹੋ। ਦੇਖੋ ਸਰਾਓ ਸਾਹਿਬ, ਇਹ ਕਿਸੇ ਤੋਂ ਛੁਪਿਆ ਨਹੀਂ ਹੈ ਕਿ ਬਰਾਦਰੀ ਜਿਹੜੀ ਹੈਗੀ ਉਰੇ ਬਹਾਲਪੁਰ ਬਰਾਦਰੀ ਦੇ ਵਿੱਚ ਵੀ ਤੁਹਾਡੀ ਅੱਛੀ ਸੇਹ ਹੈ, ਤੁਹਾਡੇ ਨਾਲ ਉਹਨਾਂ ਦਾ ਪਿਆਰ ਹੈ, ਤੁਹਾਨੂੰ ਦੇਖਿਆ ਜਾਂਦਾ ਉਹਨਾਂ ਦੇ ਵਿੱਚ ਵਿਚਰਦੇ ਦੇਖਿਆ ਜਾਂਦਾ ਦੁੱਖ ਸੁੱਖ ਦੇ ਵਿੱਚ। ਤੁਹਾਨੂੰ ਨਹੀਂ ਲੱਗਦਾ ਕਿ ਬਰਾਦਰੀ ਵੀ ਇਸ ਵਾਰੀ ਕੈਂਡੀਡੇਟ ਲੋਕਲ ਚਾਹੁੰਦੀ ਹੈ ਤੇ ਹੋਣਾ ਵੀ ਲੋਕਲ ਚਾਹੀਦਾ ਹੈ? ਇਹਨਾਂ ਨਾਲ ਬਹਾਲਪੁਰੀ ਬਰਾਦਰੀ ਹੋਏ ਚਾਹੇ ਸਾਰਿਆਂ ਨਾਲ 9 ਮਾਸ ਦਾ ਰਿਸ਼ਤਾ ਹੈ, ਕਿਉਂਕਿ ਹਰ ਟਾਈਮ ਵਿਆਹ ਸ਼ਾਦੀ ਸੋਗ ਗਮੀ 'ਚ ਅਸੀਂ ਹਰ ਟਾਈਮ ਉਹਨਾਂ ਦੇ ਨਾਲ ਖੜੇ ਹੁੰਦੇ ਹਾਂ। ਇਸ ਕਰਕੇ ਸਾਡੇ ਨਾਲ ਬਹਾਲਪੁਰੀ ਬਰਾਦਰੀ ਦਾ ਕੋਈ ਫਰਕ ਨਹੀਂ। ਸਰਦਾਰ ਹੁੰਦੇ ਹੋਏ ਵੀ ਅਸੀਂ ਹਮੇਸ਼ਾ ਉਹਨਾਂ ਦੇ ਹਰ ਫੰਕਸ਼ਨ ਤੇ ਹਰ ਜਗ੍ਹਾ ਪਿਆਰ ਨਾਲ ਵਿਚਰਦੇ ਹਾਂ। ਜਿਹੜੀ ਬਾਹਰ ਦੇ ਕੈਂਡੀਡੇਟ ਨਾਲੋਂ ਜੇ ਲੋਕਲ ਕੈਂਡੀਡੇਟ ਹੋਏਗਾ ਰਾਜਪੁਰੇ ਦਾ ਤਾਂ ਉਹਨੂੰ ਬਹਾਲਪੁਰੀ ਬਰਾਦਰੀ ਹੈ ਚਾਹੇ ਹੋਰ ਬਰਾਦਰੀਆਂ ਸਾਰੀਆਂ ਐਕਸੈਪਟ ਕਰਨ ਨੂੰ ਤਿਆਰ ਹੈ। ਨਹੀਂ ਲੱਗਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵਾਸਤੇ ਇਹ ਬੜੀ ਵੱਡੀ ਮੁਸ਼ਕਿਲ ਖੜੀ ਹੋ ਜਾਏਗੀ? ਕਿਉਂਕਿ ਉਰੇ ਰਾਣਾ ਜੀ ਵੀ ਉਮੀਦਵਾਰ ਹੈਗੇ, ਉਰੇ ਗੜੀ ਸਾਹਿਬ ਵੀ ਉਮੀਦਵਾਰ ਹੈ, ਬਰਾੜ ਸਾਹਿਬ ਵੀ ਆ ਗਏ ਉਰੇ। ਮਤਲਬ ਦੇਖਿਆ ਜਾਵੇ ਤਾਂ ਦਰਜਨਾਂ ਦੇ ਹਿਸਾਬ ਦੇ ਨਾਲ ਉਮੀਦਵਾਰ ਅਕਾਲੀ ਦਲ ਦੀ ਟਿਕਟ ਭਾਲਦੇ, ਕਿਉਂਕਿ ਕਿਤੇ ਨਾ ਕਿਤੇ ਹਰੇਕ ਵਰਕਰ ਨੂੰ ਇਹ ਲੱਗਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਦੇ ਵਿੱਚ ਇਸ ਵਾਰ ਸਰਕਾਰ ਅਕਾਲੀ ਦਲ ਦੀ ਬਣਨ ਜਾ ਰਹੀ ਹੈ। ਜੋ ਮੁੱਦੇ ਕਾਂਗਰਸ ਪਾਰਟੀ ਦੇ ਸਾਹਮਣੇ ਆਏ ਹੈ, ਤੇ ਕੀ ਕਹਿਣਾ ਚਾਹੋਗੇ? ਸਰਦਾਰ ਸੁਖਬੀਰ ਸਿੰਘ ਬਾਦਲ ਵਾਸਤੇ ਕੋਈ ਮੁਸ਼ਕਿਲ ਨਹੀਂ ਹੋਏਗੀ ਇਸ ਵਾਰ ਇਹ ਰਾਜਪੁਰੇ ਦੀ ਟਿਕਟ ਦੇਣ ਵੇਲੇ? ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜਾ ਲੋਕਲ ਬੰਦਾ ਹੈ ਚਾਹੇ ਰਾਜਪੁਰੇ ਕੰਸਟੀਚੁਐਂਸੀ ਦਾ ਬੰਦਾ ਹੈ, ਉਹ ਜਿਹੜਾ ਮੈਰਿਟ ਦੇ ਆਧਾਰ ਤੇ ਜਿਹੜਾ 5-7 ਸਾਲ ਪਹਿਲਾਂ ਪਾਰਟੀ 'ਚ ਆਇਆ, ਇੱਕ ਬੰਦੇ 40 ਸਾਲ ਤੋਂ ਪਾਰਟੀ ਦੀ ਸੇਵਾ ਕਰ ਰਹੇ, 10-10 ਸਾਲ ਪ੍ਰਧਾਨ ਰਹਿ ਲਏ, ਡਾਇਰੈਕਟਰ ਰਹਿ ਲਏ, ਮਾਰਕੀਟ ਕਮੇਟੀਆਂ ਦੇ ਚੇਅਰਮੈਨ ਰਹਿ ਲਏ, ਉਹਨਾਂ ਸਾਰਿਆਂ ਦਾ ਧਿਆਨ ਰੱਖਿਆ ਜਾਏ। ਨਾ ਕਿ ਕੋਈ ਪਾਰਟੀ ਕੋਈ ਬਦਲ ਜਾਂਦਾ ਥੋੜ੍ਹੀ ਦੇਰ ਬਾਅਦ ਫਿਰ ਆ ਕੇ ਅਗਲੇ ਮੂਹਰੀ ਕਤਾਰ 'ਚ ਖੜਾ ਹੋ ਕੇ ਕਹੇ ਆਪਣੇ ਆਪ ਦਾ ਦਾਅਵਾ ਪੇਸ਼ ਕਰੇ, ਅਸੀਂ ਉਹਨੂੰ ਠੀਕ ਨਹੀਂ ਸਮਝਦੇ। ਬਰਾਦਰੀ 'ਚੋਂ ਕਿਸੇ ਨੂੰ ਨਾ ਦਿੱਤੀ ਟਿਕਟ, ਯਾਰ ਰਣਜੀਤ ਸਿੰਘ ਰਾਣਾ ਲੋਕਲ ਹੈਗੇ ਜਾਂ ਗੜੀ ਸਾਹਿਬ ਨੂੰ ਟਿਕਟ ਮਿਲ ਜਾਂਦੀ ਹੈ, ਮਹਿੰਦਰ ਪੱਪੂ ਹਿੰਦੂ ਚਿਹਰਾ ਜੋ ਚਰਚਾ ਦਾ ਬਾਜ਼ਾਰ ਜਿਹੜਾ ਗਰਮ ਹੈ ਵੀ ਹਿੰਦੂ ਚਿਹਰੇ ਨੂੰ ਟਿਕਟ ਮਿਲਣੀ ਚਾਹੀਦੀ ਹੈ, ਜੇ ਉਹਨਾਂ ਨੂੰ ਟਿਕਟ ਮਿਲਦੀ ਫਿਰ ਆਪਾਂ ਨਾਲ ਹੈ। ਮੈਂ ਹਾਂ ਸੰਦੀਪ ਚੌਧਰੀ, ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ। ਜਿਵੇਂ ਕਿ 2022 ਦੀਆਂ ਚੋਣਾਂ ਸਿਰ ਤੇ ਖੜੀਆਂ ਤੇ ਉਮੀਦਵਾਰ ਐਲਾਨੇ ਜਾ ਰਹੇ ਹਨ, ਕਈ ਪਾਰਟੀਆਂ ਵੱਲੋਂ ਜਗ੍ਹਾ ਜਗ੍ਹਾ ਤੇ ਉਮੀਦਵਾਰ ਦੇ ਐਲਾਨ ਹੋ ਰਹੇ ਹਨ ਤੇ ਕਈ ਦਲ ਬਦਲੂ ਜਿਹੜੇ ਹੈ ਦਲ ਵੀ ਬਦਲ ਰਹੇ ਹੈ। ਲੋਕ ਜਿਹੜੇ ਉਮੀਦਵਾਰ ਹੈ ਉਹ ਇਹੋ ਜਿਹੀ ਪਾਰਟੀ ਚੁਣਨਾ ਚਾਹੁੰਦੇ ਹੈ ਜਿਸ ਵਿੱਚ ਉਹਨਾਂ ਦਾ ਭਵਿੱਖ ਵਧੀਆ ਰਹੇ। ਤੇ ਮੈਂ ਤੁਹਾਨੂੰ ਦੱਸ ਦਵਾਂ ਅੱਜ ਅਸੀਂ ਖੜੇ ਆ ਅਕਾਲੀ ਦਲ ਦੇ ਵਰਕਰ ਖੜੇ ਆ। ਇਹ ਜਿਵੇਂ ਹੀ ਅਕਾਲੀ ਦਲ ਦੇ ਵੱਲੋਂ ਬਾਹਰੋਂ ਉਮੀਦਵਾਰਾਂ ਦਾ ਜਿਹੜਾ ਹੈਗਾ ਕੁਝ ਚਰਚਾਵਾਂ ਸ਼ਹਿਰ ਦੇ ਵਿੱਚ ਉੱਡਦੀਆਂ ਤੇ ਜਿਹੜੇ ਲੋਕਲ ਉਮੀਦਵਾਰ ਆਪਣੇ ਆਪ ਨੂੰ ਗਿਣਦੇ ਸੀਗੇ ਜਾਂ ਵਰਕਰ ਸੀਗੇ ਉਹਨਾਂ ਦਾ ਕਹਿਣਾ ਇਹ ਹੈ ਕਿ ਉਮੀਦਵਾਰ ਅਕਾਲੀ ਦਲ ਦਾ ਲੋਕਲ ਹੋਣਾ ਚਾਹੀਦਾ। ਤੇ ਅੱਜ इसी चीज़ ਨੂੰ ਲੈ ਕੇ ਕੁਝ ਰਾਜਪੁਰੇ ਦੇ ਵਿੱਚ ਵੀ ਇਲਾਕੇ ਦੇ ਵਿੱਚ ਹਲਕਾ ਰਾਜਪੁਰਾ ਵਿਧਾਨ ਸਭਾ ਦੇ ਵਿੱਚ ਵੀ ਕੁਝ ਵਿਰੋਧ ਦੀਆਂ ਬੋਹਾਂ ਜਿਹੜੀ ਹੈਗੀਆਂ ਉਹ ਸਰੇਆਮ ਉੱਡਦੀਆਂ ਨਜ਼ਰ ਆ ਰਹੀਆਂ ਕਿ ਅਕਾਲੀ ਦਲ ਦੇ ਕੁਝ ਵਰਕਰ ਜਿਹੜੇ ਹੈ
ਉਹ ਇਸ ਚੀਜ਼ ਨੂੰ ਲੈ ਕੇ ਨਾਰਾਜ਼ ਲੱਗਦੇ ਕਿ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਹੋਣਾ ਚਾਹੀਦਾ ਉਹ ਲੋਕਲ ਹੋਣਾ ਚਾਹੀਦਾ। ਸਾਡੇ ਨਾਲ ਮੌਜੂਦ ਹੈ ਕੀ ਕਹਿਣਾ ਚਾਹੋਗੇ ਸਰ ਤੁਸੀਂ ਅੱਜ ਤੁਸੀਂ ਸੰਦੀਪ ਇਕੱਠੇ ਹੋਏ ਜੀ, ਹੋ? ਹਾਂਜੀ ਆਪਣੇ ਰਾਜਪੁਰਾ ਹਲਕੇ ਚੋਂ ਸਾਡੇ 68% BC ਹਰ SC ਜਨਸੰਖਿਆ ਸਾਡੇ ਕੋਲ 32% ਸਾਡੀ ਬਾਹਰ ਦੀ ਉਹ ਆ, ਜਦ ਕਿ ਅਸੀਂ ਦਾਅਵੇਦਾਰ ਹਾਂ ਇਸ ਸਟੇਟ ਦੇ MLA ਦੇ, ਪਰ ਸਾਨੂੰ ਅਣਗਹਿਲਾ ਕਰਕੇ ਟਿਕਟ ਬਾਹਰ ਦੇ ਬੰਦੇ ਨੂੰ ਦਿੱਤੀ ਜਾਂਦੀ ਹੈ ਰਾਜਪੁਰਾ। ਅੱਜ ਨਹੀਂ ਕਈ ਵਾਰ ਪਹਿਲਾਂ ਟੰਡਨ ਜੀ ਨੂੰ ਦਿੱਤੀ, ਪਹਿਲਾਂ ਪ੍ਰੇਮ ਕੁਮਾਰ ਸੀਗਾ, ਇਹ ਬਾਹਰ ਦੇ ਗਰੇਵਾਲ ਲਿਆਉਣ ਤੇ ਆ। ਅਸੀਂ ਇਹੀ ਪੁਰਜ਼ੋਰ ਮੰਗ ਕਰਦੇ ਹਾਂ ਕਿ ਸਾਡੇ ਰਾਜਪੁਰੇ ਹਲਕੇ ਤੋਂ ਸਾਡੇ ਲੋਕਲ ਬੰਦੇ ਨੂੰ ਕਿਸੇ ਵੀ BC ਵਿੰਗ ਦੇ ਬੰਦੇ ਨੂੰ ਟਿਕਟ ਦਿੱਤੀ ਜਾਵੇ। ਅਸੀਂ ਸਟੇਟ ਦੇ ਪੈਸੇ ਪੱਖੋਂ ਵੀ ਮਿਹਨਤ ਵੱਲੋਂ ਵੀ ਹਰ ਅਸੀਂ ਵੋਟਾਂ ਪਾ ਕੇ ਜਿਤਾਉਣ ਦੇ ਵੀ ਉਹ ਹੱਕਦਾਰ ਐ। 68% ਸਾਡੀ ਬਸੋਂ ਇੱਥੇ ਅਸੀਂ ਇੱਥੇ MLA ਸਰਦਾਰ ਬਾਦਲ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਸਾਨੂੰ ਟਿਕਟ ਦਿੰਦੇ BC ਵਿੰਗ ਨੂੰ। ਅਸੀਂ ਉਹ ਕਿਸੇ ਵੀ ਕੈਂਡੀਡੇਟ ਨੂੰ ਜਿਹਦਾ ਨਾਂ ਆਊਗਾ ਅਸੀਂ ਉਹਨੂੰ ਜਿਤਾ ਕੇ ਇੱਥੋਂ MLA ਬਣਾਵਾਂਗੇ। ਹਰ ਅਸੀਂ ਪੈਸੇ ਪੱਖੋਂ ਵੀ ਮਿਹਨਤ ਪੱਖੋਂ ਵੀ ਵੋਟਾਂ ਪੱਖੋਂ ਵੀ ਹਰ ਪੱਖੋਂ ਅਸੀਂ ਤਿਆਰ ਬੈਠੇ ਹਾਂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਬਰਾਦਰੀ ਦਾ ਹੀ ਉਮੀਦਵਾਰ ਹੋਣਾ ਚਾਹੀਦਾ ਜਾਂ ਲੋਕਲ ਉਮੀਦਵਾਰ ਹੋਣਾ ਚਾਹੀਦਾ? ਆਪਣਾ ਮੁੱਦਾ ਕੀ ਹੈ ਅਸਲ? BC ਵਿੰਗ ਦਾ ਲੋਕਲ ਉਮੀਦਵਾਰ ਹੋਣਾ ਚਾਹੀਦਾ। ਜਿਵੇਂ ਸਾਡੇ ਸਰੌ ਸਾਹਿਬ ਹੈਗੇ ਇੱਥੇ, ਅਸੀਂ ਇਹਨਾਂ ਦਾ ਦਾਅਵਾ ਕਰਦੇ ਹਾਂ ਇੱਥੋਂ ਸਰੌ ਸਾਹਿਬ ਦਾ। ਹੁਣ ਇੱਥੇ ਬਰਾੜ ਸਾਹਿਬ ਨੂੰ ਲਿਆਉਣ ਤੇ ਅਸੀਂ ਹੁਣ ਤਾਂ ਵਿਰੋਧ ਬਰਾਦਰੀਆਂ ਕਿਹੜੀ ਬਰਾਦਰੀਆਂ ਆਉਂਦੀਆਂ ਜੀ ਇਸ 'ਚ ਜਿਹੜੇ ਆਪਾਂ ਲੋਕ ਖੜੇ ਕਿਹੜੀ ਬਰਾਦਰੀ ਦੇ ਲੋਕ? ਸੈਣੀ ਬਰਾਦਰੀ ਆਉਂਦੀ, ਰਾਜਪੂਤ ਬਰਾਦਰੀ ਆਉਂਦੀ ਆ, ਕੰਬੋਜ ਬਰਾਦਰੀ ਆਉਂਦੀ ਆ, ਹੋਰ ਮਹਿਰਾ ਬਰਾਦਰੀ ਆਉਂਦੀ ਆ, ਸਨਿਆਰ ਬਰਾਦਰੀ ਆਉਂਦੀ ਆ, ਹੋਰ ਬਰਾਦਰੀਆਂ ਬਹੁਤ ਨੇ ਸਾਡੀਆਂ BC ਵਿੰਗ 'ਚ ਆ ਗਈਆਂ। ਬਾਕੀ SC ਵਿੰਗ 'ਚ ਆਉਂਦੀਆਂ ਸਾਰੀਆਂ ਅਸੀਂ ਇਕੱਠੀਆਂ ਇੱਕ ਮੁੱਠ ਇੱਥੋਂ। ਠੀਕ ਹੈ ਸਰਾਓ ਸਾਹਿਬ, ਇਸ ਤਰ੍ਹਾਂ ਕਿਉਂ ਲੱਗਣਾ ਸ਼ੁਰੂ ਹੋ ਗਿਆ ਅਕਾਲੀ ਦਲ ਨੂੰ ਕਿ ਇਸ ਵਾਰ ਫੇਰ ਜਿਹੜਾ ਹੈ ਬਾਹਰੋਂ ਉਮੀਦਵਾਰ ਐਲਾਨਿਆ ਜਾਏਗਾ? ਕਿਤੇ ਇਸ਼ਾਰਾ ਬਰਾੜ ਸਾਹਿਬ ਵੱਲੋਂ ਤਾਂ ਨਹੀਂ ਹੈ ਕਿ ਬਰਾੜ ਸਾਹਿਬ ਯੁੱਧ ਸਤਰ ਤੇ ਪਿੰਡਾਂ ਦੇ ਵਿੱਚ ਦੌਰੇ ਕਰ ਰਹੇ ਹੈ? ਉਹ ਕਦੀ ਪਹਿਲਾਂ ਆਏ ਨਹੀਂ ਰਾਜਪੁਰੇ ਦੇ ਵਿੱਚ ਤੇ ਉਹਨਾਂ ਦੇ ਦੌਰੇ ਜਿਹੜੇ ਹੈ ਸ਼ਹਿਰ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਹੋ ਰਹੇ ਹੈ। ਤੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕਿ ਬਰਾੜ ਸਾਹਿਬ ਨੂੰ ਅਕਾਲੀ ਦਲ ਤੋਂ ਜਿਹੜਾ ਹੈ ਉਮੀਦਵਾਰ ਐਲਾਨੇਗਾ, ਇਸ ਲਈ ਅੱਜ ਤੁਹਾਨੂੰ ਇਕੱਠੇ ਹੋਣਾ ਪੈ ਗਿਆ? ਨਹੀਂ, ਸਾਨੂੰ ਬਰਾੜ ਸਾਹਿਬ ਨਾਲ ਕੋਈ ਗਿਲਾ ਸ਼ਿਕਵਾ ਨਹੀਂ। ਸਾਡਾ ਰਾਜਪੁਰੇ ਦੀ ਲੋਕਲ ਜਿਹੜੀ ਲੀਡਰਸ਼ਿਪ ਹੈ, ਜਿਹੜੇ 40 ਸਾਲ ਤੋਂ ਪਾਰਟੀ ਲਈ ਹਮੇਸ਼ਾ ਕੰਮ ਕਰਦੇ ਆ ਰਹੇ ਹਨ, ਅਸੀਂ ਉਹਨਾਂ ਨੇ ਇਕੱਠ ਕੀਤਾ। ਸਾਨੂੰ ਜਿੰਨੇ ਵੀ ਸਾਡੀ ਲੀਡਰਸ਼ਿਪ ਖੜੀ ਹੈ BC ਵਿੰਗ ਦੀ, ਕਿਉਂਕਿ ਸਾਡੀ ਪਰਸੈਂਟੇਜ ਆਫ ਵੋਟ ਹੈ, ਉਸ ਹਿਸਾਬ ਨਾਲ ਅਸੀਂ ਦੇਖਿਆ ਵੀ ਅਸੀਂ ਕਿਉਂ ਪਿੱਛੇ ਰਹੀਏ, ਕਿਉਂਕਿ ਸਾਡਾ ਹੱਕ ਬਣਦਾ ਹੈ। BJP ਤੋਂ ਜੇ ਸੀਟ ਹੁਣ ਗਈ ਹੈ ਤਾਂ ਅਕਾਲੀ ਦਲ ਦਾ ਜਿਹੜਾ ਪਹਿਲਾ ਹੱਕ ਹੈ ਤਾਂ ਸਾਡਾ ਬਣਦਾ ਹੈ, ਕਿਉਂਕਿ ਪਟਿਆਲੇ ਜ਼ਿਲ੍ਹੇ 'ਚੋਂ ਜੇ ਦੂਸਰੀਆਂ ਪਾਰਟੀਆਂ BC ਵਿੰਗ ਦੇ 3 ਕੈਂਡੀਡੇਟ ਖੜੇ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾ ਸਕਦੇ ਆ, ਤਾਂ ਰਾਜਪੁਰੇ 'ਚੋਂ ਅਕਾਲੀ ਦਲ ਵਾਲੇ BC ਵਿੰਗ ਨੂੰ ਕੋਈ ਵੀ ਟਿਕਟ ਕਿਉਂ ਨਹੀਂ ਦੇ ਰਹੇ? ਠੀਕ ਹੈ, ਅਸੀਂ ਪੁਰਜ਼ੋਰ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ, ਪ੍ਰਧਾਨ ਸਾਹਿਬ ਤੋਂ ਅਤੇ ਸਾਰੀ ਹੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ, ਅਸੀਂ ਮੰਗ ਕਰਦੇ ਹਾਂ, ਅਪੀਲ ਕਰਦੇ ਹਾਂ ਕਿ BC ਵਿੰਗ ਨੂੰ ਅਣਗੌਲਿਆ ਨਾ ਕੀਤਾ ਜਾਏ। SC ਵਿੰਗ BC ਵਿੰਗ ਇਕੱਠਾ ਹੈ। ਰਾਜਪੁਰੇ 'ਚ ਬਹੁਤ ਜ਼ਿਆਦਾ ਇਹ ਵੋਟ ਹੈ, ਤਾਂ ਹੀ BC ਵਿੰਗ ਦਾ ਕੈਂਡੀਡੇਟ ਦੂਸਰੀ ਪਾਰਟੀ ਦਾ ਜਿੱਤਦਾ ਹੈ। ਬਾਹਰ ਤੋਂ ਲਿਆ ਕੇ ਉਹਨੂੰ ਇੱਥੇ ਲਾਇਆ ਗਿਆ ਤਾਂ ਹੀ ਜਿੱਤਿਆ, ਕਿਉਂਕਿ ਰਾਜਪੁਰੇ 'ਚ ਸਾਡੀ ਪਾਰਟੀ ਵੱਲੋਂ ਕਦੇ BC ਵਿੰਗ ਨੂੰ ਟਿਕਟ ਨਹੀਂ ਦਿੱਤੀ ਗਈ। ਮਤਲਬ ਮੰਨਿਆ ਜਾਵੇ ਵੀ ਸਰਾਓ ਸਾਹਿਬ ਵੀ ਐਤਕੀ ਤੁਸੀਂ ਵੀ ਅਕਾਲੀ ਦਲ ਦੇ ਉਮੀਦਵਾਰ ਹੋ? ਦੇਖੋ, ਉਮੀਦਵਾਰ ਸਾਰੇ ਹੀ ਸਾਡੇ 'ਚੋਂ ਜਿਹੜਾ ਬੰਦਾ, ਜੱਸੀ ਜੀ ਖੜੇ ਹੈ ਇੱਥੇ, ਰੋਮੀ ਜੀ ਖੜੇ ਹੈ, ਇਹ ਸਾਡੇ ਸਰਦਾਰ ਸੁਖਬੀਰ ਸਿੰਘ ਜੀ ਖੜੇ ਹੈ, ਜਿਹਨੂੰ ਪਾਰਟੀ ਯੋਗ ਸਮਝੇ ਉਹਨੂੰ ਟਿਕਟ ਦੇ ਦੇ। ਦੇਖੋ ਸਰਾਓ ਸਾਹਿਬ, ਇਹ ਕਿਸੇ ਤੋਂ ਛੁਪਿਆ ਨਹੀਂ ਹੈ ਕਿ ਬਰਾਦਰੀ ਜਿਹੜੀ ਹੈਗੀ ਉਰੇ ਬਹਾਲਪੁਰ ਬਰਾਦਰੀ ਦੇ ਵਿੱਚ ਵੀ ਤੁਹਾਡੀ ਅੱਛੀ ਸੇਹ ਹੈ, ਤੁਹਾਡੇ ਨਾਲ ਉਹਨਾਂ ਦਾ ਪਿਆਰ ਹੈ, ਤੁਹਾਨੂੰ ਦੇਖਿਆ ਜਾਂਦਾ ਉਹਨਾਂ ਦੇ ਵਿੱਚ ਵਿਚਰਦੇ ਦੇਖਿਆ ਜਾਂਦਾ ਦੁੱਖ ਸੁੱਖ ਦੇ ਵਿੱਚ। ਤੁਹਾਨੂੰ ਨਹੀਂ ਲੱਗਦਾ ਕਿ ਬਰਾਦਰੀ ਵੀ ਇਸ ਵਾਰੀ ਕੈਂਡੀਡੇਟ ਲੋਕਲ ਚਾਹੁੰਦੀ ਹੈ ਤੇ ਹੋਣਾ ਵੀ ਲੋਕਲ ਚਾਹੀਦਾ ਹੈ? ਕੀ ਕਹਿਣਾ ਚਾਹੋਗੇ ਉਸ ਬਾਰੇ ਤੁਸੀਂ? ਦੇਖੋ, ਇਸ ਤਰ੍ਹਾਂ ਗੱਲ ਹੈ, ਅਸੀਂ ਰਾਜਪੁਰੇ ਦੇ ਜੰਮ ਪਲ ਹੈ, ਫਰੋਮ ਫਸਟ ਕਲਾਸ ਅਸੀਂ ਰਾਜਪੁਰੇ 'ਚ ਪੜ੍ਹੇ ਹਾਂ। ਸਾਡਾ ਸਾਰਾ ਇਹਨਾਂ ਨਾਲ ਬਹਾਲਪੁਰੀ ਬਰਾਦਰੀ ਹੋਏ ਚਾਹੇ ਸਾਰਿਆਂ ਨਾਲ 9 ਮਾਸ ਦਾ ਰਿਸ਼ਤਾ ਹੈ, ਕਿਉਂਕਿ ਹਰ ਟਾਈਮ ਵਿਆਹ ਸ਼ਾਦੀ ਸੋਗ ਗਮੀ 'ਚ ਅਸੀਂ ਹਰ ਟਾਈਮ ਉਹਨਾਂ ਦੇ ਨਾਲ ਖੜੇ ਹੁੰਦੇ ਹਾਂ। ਇਸ ਕਰਕੇ ਸਾਡੇ ਨਾਲ ਬਹਾਲਪੁਰੀ ਬਰਾਦਰੀ ਦਾ ਕੋਈ ਫਰਕ ਨਹੀਂ। ਸਰਦਾਰ ਹੁੰਦੇ ਹੋਏ ਵੀ ਅਸੀਂ ਹਮੇਸ਼ਾ ਉਹਨਾਂ ਦੇ ਹਰ ਫੰਕਸ਼ਨ ਤੇ ਹਰ ਜਗ੍ਹਾ ਪਿਆਰ ਨਾਲ ਵਿਚਰਦੇ ਹਾਂ। ਜਿਹੜੀ ਬਾਹਰ ਦੇ ਕੈਂਡੀਡੇਟ ਨਾਲੋਂ ਜੇ ਲੋਕਲ ਕੈਂਡੀਡੇਟ ਹੋਏਗਾ ਰਾਜਪੁਰੇ ਦਾ, ਤਾਂ ਉਹਨੂੰ ਬਹਾਲਪੁਰੀ ਬਰਾਦਰੀ ਹੈ ਚਾਹੇ ਹੋਰ ਬਰਾਦਰੀਆਂ ਸਾਰੀਆਂ ਐਕਸੈਪਟ ਕਰਨ ਨੂੰ ਤਿਆਰ ਹੈ। ਸਰਾਓ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵਾਸਤੇ ਇਹ ਬੜੀ ਵੱਡੀ ਮੁਸ਼ਕਿਲ ਖੜੀ ਹੋ ਜਾਏਗੀ? ਕਿਉਂਕਿ ਉਰੇ ਰਾਣਾ ਜੀ ਵੀ ਉਮੀਦਵਾਰ ਹੈਗੇ, ਉਰੇ ਗੜੀ ਸਾਹਿਬ ਵੀ ਉਮੀਦਵਾਰ ਹੈ, ਬਰਾੜ ਸਾਹਿਬ ਵੀ ਆ ਗਏ,
ਉਰੇ ਮਤਲਬ ਦੇਖਿਆ ਜਾਵੇ ਤਾਂ ਦਰਜਨਾਂ ਦੇ ਹਿਸਾਬ ਦੇ ਨਾਲ ਉਮੀਦਵਾਰ ਅਕਾਲੀ ਦਲ ਦੀ ਟਿਕਟ ਭਾਲਦੇ ਆ, ਕਿਉਂਕਿ ਕਿਤੇ ਨਾ ਕਿਤੇ ਹਰੇਕ ਵਰਕਰ ਨੂੰ ਇਹ ਲੱਗਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਦੇ ਵਿੱਚ ਇਸ ਵਾਰ ਸਰਕਾਰ ਅਕਾਲੀ ਦਲ ਦੀ ਬਣਨ ਜਾ ਰਹੀ ਹੈ। ਜੋ ਮੁੱਦੇ ਕਾਂਗਰਸ ਪਾਰਟੀ ਦੇ ਸਾਹਮਣੇ ਆਏ ਹੈ, ਤੇ ਕੀ ਕਹਿਣਾ ਚਾਹੋਗੇ ਸਰਦਾਰ ਸੁਖਬੀਰ ਸਿੰਘ ਬਾਦਲ ਵਾਸਤੇ ਕੋਈ ਮੁਸ਼ਕਿਲ ਨਹੀਂ ਹੋਏਗੀ ਇਸ ਵਾਰ ਇਹ ਰਾਜਪੁਰੇ ਦੀ ਟਿਕਟ ਦੇਣ ਵੇਲੇ? ਦੇਖੋ ਜੀ, ਜਿੰਨੇ ਵੀ ਕੈਂਡੀਡੇਟ ਹੈ ਅਸੀਂ ਸਾਰਿਆਂ ਦਾ ਬਹੁਤ ਸਤਿਕਾਰ ਕਰਦੇ ਹਾਂ। ਸਾਡੇ ਵਾਸਤੇ ਸਾਰੇ ਹੀ ਸਤਿਕਾਰਯੋਗ ਹੈ, ਅਸੀਂ ਸਾਰਿਆਂ ਦਾ ਬਹੁਤ ਸਤਿਕਾਰ ਕਰਦੇ ਹਾਂ। ਪਰੰਤੂ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜਾ ਲੋਕਲ ਬੰਦਾ ਹੈ, ਚਾਹੇ ਰਾਜਪੁਰੇ ਕੰਸਟੀਚੁਐਂਸੀ ਦਾ ਬੰਦਾ ਹੈ, ਉਹ ਜਿਹੜਾ ਮੈਰਿਟ ਦੇ ਆਧਾਰ ਤੇ ਜਿਹੜਾ 5-7 ਸਾਲ ਪਹਿਲਾਂ ਪਾਰਟੀ 'ਚ ਆਇਆ, ਇੱਕ ਬੰਦੇ 40 ਸਾਲ ਤੋਂ ਪਾਰਟੀ ਦੀ ਸੇਵਾ ਕਰ ਰਹੇ, 10-10 ਸਾਲ ਪ੍ਰਧਾਨ ਰਹਿ ਲਏ, ਡਾਇਰੈਕਟਰ ਰਹਿ ਲਏ, ਮਾਰਕੀਟ ਕਮੇਟੀਆਂ ਦੇ ਚੇਅਰਮੈਨ ਰਹਿ ਲਏ, ਉਹਨਾਂ ਸਾਰਿਆਂ ਦਾ ਧਿਆਨ ਰੱਖਿਆ ਜਾਏ। ਨਾ ਕਿ ਕੋਈ ਪਾਰਟੀ ਕੋਈ ਬਦਲ ਜਾਂਦਾ ਥੋੜੀ ਦੇਰ ਬਾਅਦ ਫਿਰ ਆ ਕੇ ਅਗਲੇ ਮੂਹਰੀ ਕਤਾਰ 'ਚ ਖੜਾ ਹੋ ਕੇ ਕਹੇ ਆਪਣੇ ਆਪ ਦਾ ਦਾਅਵਾ ਪੇਸ਼ ਕਰੇ, ਅਸੀਂ ਉਹਨੂੰ ਠੀਕ ਨਹੀਂ ਸਮਝ। ਜੇ ਬਰਾਦਰੀ ਚੋਂ ਕਿਸੇ ਨੂੰ ਨਾ ਦਿੱਤੀ ਟਿਕਟ, ਯਾਰ ਰਣਜੀਤ ਸਿੰਘ ਰਾਣਾ ਲੋਕਲ ਹੈਗੇ ਜਾਂ ਗੜੀ ਸਾਹਿਬ ਨੂੰ ਟਿਕਟ ਮਿਲ ਜਾਂਦੀ ਹੈ, ਮਹਿੰਦਰ ਪੱਪੂ ਹਿੰਦੂ ਚਿਹਰਾ ਜੋ ਚਰਚਾ ਦਾ ਬਾਜ਼ਾਰ ਜਿਹੜਾ ਗਰਮ ਹੈ ਵੀ ਹਿੰਦੂ ਚਿਹਰੇ ਨੂੰ ਟਿਕਟ ਮਿਲਣੀ ਚਾਹੀਦੀ ਹੈ, ਜੇ ਉਹਨਾਂ ਨੂੰ ਟਿਕਟ ਮਿਲਦੀ ਫਿਰ ਆਪਾਂ ਨਾਲ ਹੈ। ਦੇਖੋ ਗੱਲ ਜੋ ਪਾਰਟੀ ਹਾਈ ਕਮਾਂਡ ਫੈਸਲਾ ਕਰੇਗੀ ਅਸੀਂ ਉਹਦੇ ਨਾਲ ਹੈ। ਫੈਸਲਾ ਤਾਂ ਹਾਈ ਕਮਾਂਡ ਮੈਨੂੰ ਲੱਗਦਾ ਕਰਤਾ ਉਹਨਾਂ ਨੇ, ਬਰਾੜ ਸਾਹਿਬ ਨੂੰ ਟਿਕਟ ਕਿਤੇ ਨਾ ਕਿਤੇ ਸਾਡੇ ਸੂਤਰ ਦੱਸਦੇ ਉਹਨਾਂ ਨੂੰ ਦੇਤੀ, ਫਿਰ ਕੀ ਕਰੋਗੇ? ਦੇਖੋ ਗੱਲ ਇੱਦਾਂ ਹੈ, ਜਿੰਨੀਆਂ ਇਹ ਬਰਾਦਰੀਆਂ ਸਾਰੀਆਂ ਪਰਸੈਂਟੇਜ ਆਫ ਵੋਟ ਇਹਨਾਂ ਕੋਲ ਹੈ। ਫੈਸਲਾ ਉੱਪਰ ਤੇ ਹੀ ਹੋਣਾ, ਹਾਈ ਕਮਾਂਡ ਨੇ ਕਰਨਾ ਹੈ, ਪਰ ਵੋਟ ਲੋਕਾਂ ਨੇ ਪਾਣੀ। ਮਤਲਬ ਲੋਕਲ ਬੰਦੇ ਨੂੰ ਦੇ ਦੇਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਕਿਆ ਇਤਰਾਜ਼ ਆ, ਪਰ ਮੈਰਿਟ ਦੇ ਹਿਸਾਬ ਨਾਲ ਦੇਖਿਆ, ਹਿਸਾਬ ਦੇ ਨਾਲ ਹੋਣੀ ਚਾਹੀਦੀ ਹੈ। ਧੰਨਵਾਦ ਜੀ। ਜੱਸੀ ਜੀ ਸਾਡੇ ਨਾਲ ਮੌਜੂਦ ਹੈ, ਬਨੂੜ ਤੋਂ ਆਏ ਹੈ, ਪ੍ਰਧਾਨ ਹੈ। ਜੱਸੀ ਜੀ, ਕੀ ਕਹਿਣਾ ਚਾਹੋਗੇ ਤੁਸੀਂ ਇਹ ਜਿਹੜਾ ਮੁੱਦਾ ਅੱਜ ਖੜਾ ਹੋ ਗਿਆ ਲੋਕਲ ਕੈਂਡੀਡੇਟ ਦਾ, ਕੀ ਕਹਿਣਾ ਚਾਹੋਗੇ? ਬਿਲਕੁਲ, ਅਸੀਂ ਸਾਡੇ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਸਮੁੱਚੀ ਸੀਨੀਅਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਸਾਡਾ ਪਛੜੀਆਂ ਸ਼੍ਰੇਣੀਆਂ BC ਵਿੰਗ ਦਾ ਜਿਹੜਾ ਭਾਈਚਾਰਾ ਹੈ, ਅਸੀਂ ਬਹੁਤ ਸਮੇਂ ਤੋਂ ਘੱਟੋ ਘੱਟ 20-25 ਸਾਲਾਂ ਤੋਂ ਇੱਥੇ ਸਾਰੇ ਡਟ ਕੇ ਕੰਮ ਕਰ ਰਹੇ ਹਾਂ। ਮੈਂ ਯੂਥ ਅਕਾਲੀ ਦਲ ਜ਼ਿਲ੍ਹੇ ਪਟਿਆਲੇ ਦੀ ਪ੍ਰਧਾਨਗੀ ਵੀ ਕੀਤੀ ਹੈ, ਹੁਣ ਮੋਹਾਲੀ BC ਵਿੰਗ ਦੀ ਮੈਨੂੰ ਪ੍ਰਧਾਨਗੀ ਮਿਲੀ ਹੈ। ਤੇ ਅਸੀਂ ਬੇਨਤੀ ਕਰਦੇ ਹਾਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸਾਹਿਬ ਨੂੰ ਕਿ ਪਛੜੀਆਂ ਸ਼੍ਰੇਣੀਆਂ 'ਚੋਂ ਸਾਨੂੰ ਜਿਹੜਾ ਮਰਜ਼ੀ ਅਸੀਂ ਸਾਰੇ ਹੀ ਕੈਂਡੀਡੇਟ ਹਾਂ, ਸਾਨੂੰ ਜਿਹੜੇ ਮਰਜ਼ੀ ਨੂੰ ਇੱਥੋਂ ਟਿਕਟ ਦਿੱਤੀ ਜਾਵੇ, ਅਸੀਂ ਡਟ ਕੇ ਇੱਕ ਦੂਸਰੇ ਦਾ ਸਾਥ ਦੇਵਾਂਗੇ ਤੇ ਜਿਹੜੀ ਵਿਧਾਨ ਸਭਾ ਦੀਆਂ ਪੌੜੀਆਂ ਚੜਾਵਾਂਗੇ ਕੈਂਡੀਡੇਟ ਨੂੰ। ਤੇ ਮੈਂ ਤੁਹਾਡੇ ਤੋਂ ਬਨੂੜ ਦੀ ਗੱਲ ਕਰਾਂਗਾ। ਬਨੂੜ ਦੇ ਲੋਕ ਕੀ ਚਾਹੁੰਦੇ ਆ? ਬਨੂੜ ਦੇ ਵਰਕਰ ਕੀ ਚਾਹੁੰਦੇ? ਬਨੂੜ ਦੇ ਲੋਕ ਤਾਂ ਇਹ ਚਾਹੁੰਦੇ ਆ ਵੀ ਜਿਹੜੀ ਇਹ ਟਿਕਟ ਹੈ ਕੰਬੋਜ ਭਾਈਚਾਰੇ ਨੂੰ ਦਿੱਤੀ ਜਾਵੇ, ਕਿਉਂਕਿ ਪਟਿਆਲੇ ਜ਼ਿਲ੍ਹੇ 'ਚ 3 ਕੰਬੋਜ ਭਾਈਚਾਰੇ ਦੇ ਆਗੂ ਨੇ, ਜਿਵੇਂ ਹਰਦਿਆਲ ਸਿੰਘ ਕੰਬੋਜ ਤੇ ਮਦਨ ਲਾਲ ਜਲਾਲਪੁਰ ਤੇ ਰਜਿੰਦਰ ਸਿੰਘ ਜੀ, ਤੇ ਇੱਕ ਟਿਕਟ ਘੱਟੋ ਘੱਟ ਕੰਬੋਜ ਭਾਈਚਾਰੇ ਨੂੰ ਵੀ ਦਿੱਤੀ ਜਾਵੇ। ਇਹ ਮੰਗ ਕਰਦੇ ਆ ਸਾਰਾ ਜਿਹੜਾ ਖਾਸ ਕਰਕੇ ਕੰਬੋਜ ਭਾਈਚਾਰਾ। ਤੁਹਾਨੂੰ ਕੀ ਲੱਗਦਾ ਹਾਈ ਕਮਾਂਡ ਤੁਹਾਡੀ ਗੱਲ ਸੁਣੇਗੀ? ਜੇ ਹਾਈ ਕਮਾਂਡ ਤੁਹਾਡੀ ਗੱਲ ਨਹੀਂ ਸੁਣਦੀ ਤਾਂ ਫਿਰ ਆਪਣਾ ਕੀ ਅੱਗੇ ਰਹੇਗਾ, ਕਿਸ ਤਰ੍ਹਾਂ ਕਰੋਗੇ? ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਡਟ ਕੇ ਇੱਕ ਵਾਰੀ ਜਿਹੜੀ ਆਪਣੀ ਆਵਾਜ਼ ਹਾਈ ਕਮਾਂਡ ਤੱਕ ਪਹੁੰਚਾਈਏ। ਬਾਕੀ ਫੈਸਲਾ ਪ੍ਰਧਾਨ ਸਾਹਿਬ ਨੇ, ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਲੈਣਾ। ਜੋ ਉਹ ਫੈਸਲਾ ਲੈਣਗੇ ਉਹ ਸੋਚ ਸਮਝ ਕੇ ਲੈਣਗੇ। ਠੀਕ ਹੈ ਜੀ। ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਤੁਸੀਂ, ਜੇ ਟਿਕਟ ਕਿਸੇ ਹੋਰ ਨੂੰ ਦਿੱਤੀ ਜਾਂਦੀ ਹੈ ਤਾਂ ਆਪਣੀ ਬਰਾਦਰੀ ਕੀ ਉਸ 'ਤੇ ਰਿਐਕਸ਼ਨ ਰਹੇਗਾ? ਸੰਦੀਪ ਜੀ, ਗੱਲ ਇੱਦਾਂ ਹੈਗੀ ਹੈ, ਦੇਖੋ ਗੱਲ ਇਹ ਨਹੀਂ ਹੈਗੀ ਵੀ ਫਿਰ ਸਾਡਾ ਕੀ ਰਿਐਕਸ਼ਨ ਆਏਗਾ। ਅਸੀਂ ਆਪਣਾ ਕੇਸ ਹੀ ਇਸ ਤਰ੍ਹਾਂ ਦਾ ਬਣਾ ਕੇ ਭੇਜਾਂਗੇ ਕਿਉਂਕਿ ਸਾਡੀ ਬਹੁਤ ਵੱਡੀ ਬਰਾਦਰੀ ਹੈਗੀ ਆ, ਔਰ ਸਾਨੂੰ ਪੂਰਨ ਵਿਸ਼ਵਾਸ ਹੈਗੀ ਆ ਕਿ ਜਦੋਂ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਆ ਗਏ ਹੈਗੇ ਆ ਔਰ 68% ਸਾਡੀ ਵੋਟ ਹੈਗੀ ਆ, ਸਾਨੂੰ ਅਨਗੋਲਿਆਂ ਕਿਵੇਂ ਕਰ ਦੋਗੇ? ਨਹੀਂ ਕਰ ਸਕਦੇ ਹੈਗੇ ਪ੍ਰਧਾਨ ਸਾਹਿਬ। ਜੇ ਕੀਤਾ, ਮੈਂ ਉਹੀ ਕਹਿ ਰਿਹਾ ਨਾ, ਬਰਾੜ ਸਾਹਿਬ ਆ ਗਏ ਉਰੇ, ਇੰਨਾ ਵੱਡਾ ਚਿਹਰਾ ਹੈਗੇ, ਉਹਨਾਂ ਨੇ ਕਿਤੇ ਨਾ ਕਿਤੇ ਸਾਡੇ ਇੰਟਰਵਿਊ 'ਚ ਵੀ ਗੋਲ-ਮੋਲ ਜਵਾਬ ਦਿੱਤਾ ਹੈ ਵੀ ਮੈਂ ਤੁਹਾਡੀ ਹਰ ਇੱਕ ਚੀਜ਼ ਤੇ ਖਰਾ ਉਤਰਾਂਗਾ, ਤੇ ਯੂਥ ਸਤਰ ਤੇ ਉਹਨਾਂ ਦੇ ਦੌਰੇ ਵੀ ਚੱਲ ਰਹੇ ਆ ਸ਼ਹਿਰ ਦੇ ਵਿੱਚ। ਇੱਕਦਮ ਇੰਨਾ ਮੌਸਮ ਬਦਲ ਜਾਣਾ ਅਕਾਲੀ ਦਲ ਦਾ ਸ਼ਹਿਰ ਦੇ ਵਿੱਚ, ਕੀ ਕਹਿਣਾ ਚਾਹੋਗੇ ਉਸ ਨੂੰ? ਦੇਖਦੇ ਹੋ ਤੁਹਾਡੀ ਮੀਟਿੰਗ ਹੋ ਰਹੀ ਹੈ ਜੇ ਨਹੀਂ? ਦੇਖੋ ਸੰਦੀਪ ਜੀ, ਗੱਲ ਇਹ ਹੈਗੀ ਆ ਵੀ ਦਾਅਵਾ ਤਾਂ ਹਰ ਇੱਕ ਜਤਾਉਂਦਾ ਹੈਗਾ ਹੈ ਨਾ। ਅਸੀਂ ਵੀ ਆਪਣੇ ਵੱਲੋਂ BC ਵਿੰਗ ਵੱਲੋਂ ਦਾਅਵਾ ਜਤਾਉਂਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ 20,000 ਇਕੱਲੇ ਸੈਣੀ ਬਰਾਦਰੀ ਦੀ ਵੋਟ ਹੈ ਰਾਜਪੁਰੇ ਦੇ ਵਿੱਚ। ਮੈਂ ਸੈਣੀ ਵੈਲਫੇਅਰ ਬੋਰਡ ਦਾ ਸਾਬਕਾ ਡਾਇਰੈਕਟਰ ਰਿਹਾ ਵਾਂ, ਤੇ ਸਾਰੀ ਇੰਨੀ ਵੋਟ ਤੇ ਬਾਕੀ ਸਾਰੀ ਕਰੀਮ ਉਰੇ ਇਕੱਠੀ ਹੋਈ ਹੈਗੀ ਆ। ਅਸੀਂ ਇੱਕ ਐਸਾ ਪਲੇਟਫਾਰਮ ਤਿਆਰ ਕਰ ਰਹੇ ਹਾਂ ਕਿ ਅਕਾਲੀ ਦਲ ਦੇ ਜਿੰਨੇ ਵੀ SC BC ਮੰਤਰੀ ਰਹੇ ਹੋਏ ਆ, ਰਾਣੀਕੇ ਸਾਹਿਬ ਹੈਗੇ ਆ, ਸਾਡੇ ਗਾਵੜੀਆ ਸਾਹਿਬ ਹੈਗੇ ਆ, ਅਸੀਂ ਉਹਨਾਂ ਨੂੰ ਮਿਲ ਕੇ ਆਪਣਾ ਸਾਰਾ ਪੱਖ ਜਿਹੜਾ ਉਹ ਮਜ਼ਬੂਤੀ ਦੇ ਨਾਲ ਪੇਸ਼ ਕਰਾਂਗੇ। ਬਾਕੀ ਜੋ ਫੈਸਲਾ ਹਾਈ ਕਮਾਂਡ ਕਰੇਗੀ ਉਹਨੂੰ ਮੰਨਣਾ ਪਵੇਗਾ, ਸਭ ਮੰਨਾਂਗੇ। ਪ੍ਰਧਾਨ ਜੀ, ਮੈਨੂੰ ਨਾ ਕਿਤੇ ਅੱਜ ਅਕਾਲੀ ਦਲ ਦੇ ਵਿੱਚ ਵੀ ਫੁੱਟ ਪੈਂਦੀ ਨਜ਼ਰ ਆ ਰਹੀ ਹੈ ਇਸ ਮੀਟਿੰਗ ਤੋਂ ਬਾਅਦ,
ਕਿਉਂਕਿ ਬਰਾੜ ਸਾਹਿਬ ਆਏ ਆ ਉਰੇ ਤੇ ਉਸ ਤੋਂ ਬਾਅਦ ਲੋਕਲ ਚਿਹਰੇ ਦੀ ਡਿਮਾਂਡ ਹੁਣ ਸ਼ੁਰੂ ਹੋ ਗਈ। ਹੁਣ ਆਪਾਂ ਆਪਣੀ ਬਰਾਦਰੀ ਨੂੰ ਟਿਕਟ ਦੇਣ ਦੀ ਗੱਲ ਕਰ ਰਹੇ ਹਾਂ ਤੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਨੁਕਸਾਨ ਨਹੀਂ ਉਠਾਉਣਾ ਪਏਗਾ ਔਰ ਤੋਂ। ਚੌਧਰੀ ਸਾਹਿਬ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਫੁੱਟ ਪੈਣ ਦੀ ਜਾਂ ਬਗਾਵਤ ਕਰਨ ਦੀ, ਇਹੋ ਜੀ ਕੋਈ ਗੱਲ ਨਹੀਂ ਹੈ, ਕਿਉਂਕਿ ਪਹਿਲਾਂ ਵੀ ਅਸੀਂ ਅੱਜ ਨਹੀਂ ਮੰਗ ਕਰ ਰਹੇ। ਪਿੱਛੇ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ, ਪਿੱਛੇ ਜ਼ਿਲ੍ਹਾ ਪਰਿਸ਼ਦ ਬਲਾਕ ਸਮਿਤੀ ਦੀਆਂ ਚੋਣਾਂ ਹੋਈਆਂ, ਉਦੋਂ ਵੀ ਮੇਰੇ ਭਰਾ ਜੱਸੀ ਜੀ ਖੜੇ ਨੇ। ਅਸੀਂ ਆਪਣੇ ਆਪਣੇ ਜ਼ਿਲ੍ਹਿਆਂ 'ਚ ਮੰਗ ਕੀਤੀ ਸੀ ਵੀ ਸਾਡੇ ਭਾਈਚਾਰਿਆਂ ਨੂੰ ਵੀ ਨੁਮਾਇੰਦਗੀ ਦਿੱਤੀ ਜਾਵੇ ਤੇ ਸਾਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇ। ਤਾਂ ਮੈਂ ਸਮਝਦਾ ਕਿ ਬਾਲ ਸਾਹਿਬ ਨੇ ਸਾਨੂੰ ਨਹੀਂ ਨਕਾਰਿਆ, ਸਾਨੂੰ ਮਿਲਿਆ, ਤੇ ਉਸੇ ਆਸ ਤੇ ਵਿਸ਼ਵਾਸ ਨਾਲ ਅੱਜ ਅਸੀਂ ਇਹ ਮੰਗ ਕਰਦੇ ਹਾਂ। ਜਿਵੇਂ ਜੱਸੀ ਜੀ ਨੇ ਦੱਸਿਆ ਕਿ 3 MLA ਕੰਬੋਜ ਭਾਈਚਾਰੇ 'ਚੋਂ ਪਹਿਲਾਂ ਹੀ ਆਲਰੇਡੀ ਹੈਗੇ ਆ ਪਟਿਆਲੇ ਜ਼ਿਲ੍ਹੇ ਦੇ ਇਕੱਲੇ ਜ਼ਿਲ੍ਹੇ ਦੇ ਵਿੱਚ, ਤੇ ਚੌਥੇ ਸਰਦਾਰ ਲਾਲ ਸਿੰਘ ਜੀ ਨੂੰ ਵੀ ਕੈਬਨਿਟ ਰੈਂਕ ਦਿੱਤਾ ਹੋਇਆ। 4 ਮਤਲਬ ਇੱਕ ਤਰ੍ਹਾਂ ਦੇ ਆਗੂ ਜਿਹੜੇ ਆ ਭਾਈਚਾਰੇ ਦੇ ਆ, ਤੇ ਉਸੇ ਬਿਨਾਂ ਦੇ ਉੱਤੇ ਅਸੀਂ ਅੱਜ ਪਾਰਟੀ ਤੋਂ ਇਹ ਮੰਗ ਕਰਦੇ ਹਾਂ। ਤੇ ਅਸੀਂ ਸਾਰੇ ਜਿੰਨੇ ਵੀ ਅੱਜ ਇੱਥੇ ਸਾਰੇ ਆਗੂ ਖੜੇ ਆ, ਸਾਰੇ ਵਫਾਦਾਰ ਸਿਪਾਹੀ ਆ। ਜਿਵੇਂ ਸਰਾਓ ਸਾਹਿਬ ਨੇ ਦੱਸਿਆ ਕਿ 30 40 ਸਾਲ ਤੋਂ ਸਾਰਿਆਂ ਦੀ ਸੇਵਾ ਹੈ ਪਾਰਟੀ ਦੇ ਵਿੱਚ, ਤੇ ਕੋਈ ਪਾਰਟੀ ਛੱਡ ਕੇ ਭੱਜਿਆ ਨਹੀਂ, ਤੇ ਨਾ ਹੀ ਭੱਜਣ ਦਾ ਕੋਈ ਕਿਸੇ ਦਾ ਉਹ ਹੈ ਵਫਾਦਾਰੀ ਨਾਲ। ਹਾਂ, ਜਿਹੜਾ ਹੱਕ ਬਣਦਾ ਲੀਡਰ ਲੋਕਾਂ ਨਾਲ ਹੁੰਦਾ, ਤੇ ਸਾਡੀ ਜਿਹੜੀ ਲੀਡਰੀ ਹੈ, ਅਸੀਂ BC ਵਿੰਗ ਦੇ ਆਗੂ ਹਾਂ, ਤੇ BC ਵਿੰਗ ਜਿਹੜਾ ਸਾਡੇ ਭਾਈਚਾਰੇ ਆ, ਸਾਰੇ ਭਾਈਚਾਰੇ, ਮਹਿਰਾ ਭਾਈਚਾਰਾ, ਕੰਬੋਜ ਭਾਈਚਾਰਾ, ਸੈਣੀ ਭਾਈਚਾਰਾ, ਤੇ ਖਾਸ ਕਰਕੇ ਮੈਂ ਇਹ ਗੱਲ ਤੁਹਾਨੂੰ ਧਿਆਨ 'ਚ ਲਿਆਦਾ ਚੌਧਰੀ ਸਾਹਿਬ ਕਿ ਰਾਜਪੁਰੇ ਦੇ ਵਿੱਚ ਸਾਡੇ ਸਾਰੇ ਹੀ ਕਿਰਤੀ ਸਮਾਜ ਜਿਹੜਾ ਇੱਥੇ ਵੱਸਦਾ, ਤੇ ਅਸੀਂ ਉਹਨਾਂ ਦੀ ਮੰਗ ਨੂੰ ਹਾਈ ਕਮਾਂਡ ਤੱਕ ਲਿਜਾਣਾ ਸਾਡਾ ਫਰਜ਼ ਹੈ, ਤੇ ਉਹਨਾਂ ਦੀ ਅਗਵਾਈ ਕਰਨਾ ਸਾਡਾ ਫਰਜ਼ ਹੈ। ਕਿਉਂਕਿ ਸਾਡੀ ਜੋ ਡਿਊਟੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲਾਈ ਸੀ, ਜਥੇਦਾਰ ਹੀਰਾ ਸਿੰਘ ਜੀ ਗਾਵੜੀਆ ਸਾਡੇ ਕੌਮੀ ਪ੍ਰਧਾਨ ਨੇ, ਅੱਜ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਇਹ ਮੰਗ ਜਿਹੜੀ ਹੈ ਭਾਈਚਾਰੇ ਦੀ ਰੱਖਾਂਗੇ। ਜਾ ਰਹੇ ਹਾਂ ਅਸੀਂ ਸਾਰੇ ਡੈਪੂਟੇਸ਼ਨ ਲੈ ਕੇ, ਤੇ ਉਹ ਸਾਡੀ ਜਿਹੜੀ ਗੱਲ ਹੈ ਵਕੀਲ ਬਣ ਕੇ ਉਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਸਾਹਮਣੇ ਰੱਖਣਗੇ। ਫਿਰ ਪਾਰਟੀ ਕੋਰ ਕਮੇਟੀ ਪਾਰਟੀ ਦੀ ਹਾਈ ਕਮਾਂਡ ਜੋ ਫੈਸਲਾ ਕਰੇਗੀ ਉਹਦੇ ਦੇਖਾਂਗੇ। ਪਰ ਸਾਨੂੰ ਆਸ ਹੈ, ਸਾਨੂੰ ਮਾਣ ਹੈ ਕਿ ਸਾਡਾ ਜਿਹੜਾ ਇਹ ਮੰਗ ਹੈ ਸਾਡੀ ਜਿਹੜੀ ਹੈ ਉਹ ਪੂਰੀ ਕੀਤੀ ਜਾਊਗੀ। ਕਿਉਂਕਿ ਅਸੀਂ 1 2 ਨਹੀਂ 3 ਨਹੀਂ, ਅਸੀਂ ਸਿਰਫ ਇੱਕ ਜਿਹੜੀ ਸੀਟ ਹੈ ਉਹ ਪਟਿਆਲੇ ਜ਼ਿਲ੍ਹੇ 'ਚ ਮੰਗਦੇ ਹਾਂ, ਤੇ ਕਿਸੇ ਦੀ ਟਿਕਟ ਮੰਗ ਨਹੀਂ ਰਹੇ, ਕਿਸੇ ਦਾ ਹੱਕ ਨਹੀਂ ਖੋ ਰਹੇ। ਇਹ ਖਾਲੀ ਹੋਈ ਹੈ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਕੋਲ ਰਹੀ ਪਹਿਲਾਂ ਅਗਵਾਈ, ਉਹਨਾਂ ਨੇ ਵੀ ਸਾਡੇ ਭਾਈਚਾਰੇ ਬਾਰੇ ਕੋਈ ਨਹੀਂ ਸੋਚਿਆ BC ਭਾਈਚਾਰੇ 'ਚੋਂ। ਤੇ ਹੁਣ ਅਸੀਂ ਇਹ ਮੰਗ ਕਰਦੇ ਹਾਂ ਕਿ ਹੁਣ ਪਹਿਲੀ ਪਿਰਤ ਜਿਹੜੀ ਪੈ ਰਹੀ ਹੈ ਅਕਾਲੀ ਦਲ ਕੋਲ ਆਈ ਹੈ ਇਹ ਸੀਟ, ਤਾਂ ਉਹ ਇਹ ਜਿਹੜੀ ਪਿਰਤ ਇਹਨੂੰ ਪਾਵੇ। ਇੱਕ ਸੀਟ ਜਿਹੜੀ ਬਣਦੀ ਹੈ ਸਾਡੀ ਉਹ ਰਾਜਪੁਰੇ ਤੋਂ ਸਾਨੂੰ ਦਿੱਤੀ। ਠੀਕ ਹੈ ਜੀ, ਧੰਨਵਾਦ। ਰਾਜਨੀਤੀ ਦੇ ਵਿੱਚ ਕੁਝ ਵੀ ਹੋ ਸਕਦਾ ਹੈ, 1 ਮਿੰਟ ਦਾ ਭਰੋਸਾ ਨਹੀਂ। ਰਾਜਨੀਤੀ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈ। ਨਿਊਜ਼ 89 ਪੰਜਾਬ ਤੁਹਾਨੂੰ ਹਰ ਇੱਕ ਇੰਟਰਵਿਊ ਦੇ ਵਿੱਚ ਇਹੀ ਕਹਿੰਦਾ ਹੈ, ਜੋ ਰਾਜਨੀਤੀ ਦੇ ਵਿੱਚ ਕਿਹਾ ਜਾਂਦਾ ਕਦੀ ਨਹੀਂ ਹੁੰਦਾ, ਜੋ ਹੁੰਦਾ ਹੈ ਉਹ ਕਦੀ ਵੀ ਕਿਹਾ ਨਹੀਂ ਜਾਂਦਾ। ਤੁਸੀਂ ਦੇਖ ਰਹੇ ਹੋ ਅੱਜ ਬਰਾੜ ਸਾਹਿਬ ਦੇ ਆਉਂਦੇ ਹੀ ਸ਼ਹਿਰ ਦੇ ਵਿੱਚ BC ਬਰਾਦਰੀ ਜਿਹੜੀ ਹੈ ਉਹ ਵੀ ਟਿਕਟ ਦੀ ਮੰਗ ਲੱਗੀ ਕਰਨ, ਤੇ ਕਿਤੇ ਨਾ ਕਿਤੇ ਹੋਰ ਲੀਡਰ ਜਿਹੜੇ ਅਲੱਗ-ਅਲੱਗ ਫਿਰਦੇ ਸੀ ਅਕਾਲੀ ਦਲ ਦੇ, ਉਹ ਵੀ ਅੱਜ ਫੋਟੋਆਂ ਦੇ ਵਿੱਚ ਇਕੱਠੇ ਪਿੰਡਾਂ ਦੇ ਵਿੱਚ ਦੌਰੇ ਕਰਦੇ ਨਜ਼ਰ ਆ ਰਹੇ ਆ ਨਿਊਜ਼ 89 ਪੰਜਾਬ ਨੂੰ। ਤੇ ਕਿਤੇ ਨਾ ਕਿਤੇ ਨਿਊਜ਼ 89 ਪੰਜਾਬ ਨੂੰ ਇਹ ਵੀ ਲੱਗਦਾ ਹੈ ਕਿ ਅਕਾਲੀ ਦਲ ਦੇ ਵਿੱਚ ਕਿਤੇ ਨਾ ਕਿਤੇ ਫੂਟ ਵੀ ਜਿਹੜੀ ਹੈ ਨਜ਼ਰ ਆਣੀ ਸ਼ੁਰੂ ਹੋ ਗਈ ਹੈ। ਜੇ ਸੁਖਬੀਰ ਸਿੰਘ ਬਾਦਲ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਔਰ ਧਿਆਨ ਨਹੀਂ ਦੇਣਗੇ ਤਾਂ ਇਹਦਾ ਸਿੱਧਾ ਫਾਇਦਾ ਜਿਹੜਾ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਸਰਦਾਰ ਹਰਦਿਆਲ ਸਿੰਘ ਕੰਬੋਜ ਮੌਜੂਦਾ ਜਿਹੜੇ MLA ਹੈ ਉਹਨਾਂ ਨੂੰ ਜਾ ਸਕਦਾ ਹੈ। ਹੁਣ ਦੇਖਣਾ ਇਹ ਹੋਏਗਾ ਇਸ ਖਬਰ ਤੋਂ ਬਾਅਦ ਹਾਈ ਕਮਾਨ ਇਸ ਤੇ ਕੀ ਐਕਸ਼ਨ ਲੈਂਦਾ ਹੈ ਤੇ ਕੀ ਸੋਚ ਵਿਚਾਰ ਕਰਦਾ ਹੈ ਕਿ ਕੈਂਡੀਡੇਟ ਰਾਜਪੁਰੇ ਦਾ ਲੋਕਲ ਹੋਣਾ ਚਾਹੀਦਾ ਹੈ ਜਾਂ ਫਿਰ ਪੈਰਾਸ਼ੂਟ ਤੋਂ ਰਾਜਪੁਰੇ ਦੇ ਵਿੱਚ ਉਤਾਰਿਆ ਜਾਏਗਾ। ਰਾਜਪੁਰਾ ਤੋਂ ਕੈਮਰਾਮੈਨ ਲਲਿਤ ਕੁਮਾਰ ਦੇ ਨਾਲ ਮੀਡੀਆ ਪਰਸਨ ਸੰਦੀਪ ਚੌਧਰੀ, ਨਿਊਜ਼ 89 ਪੰਜਾਬ।